So let's talk about describe image. Describe image is second type of question in PTE speaking module. ਇਹਦੇ ਵਿੱਚ ਕੀ ਹੁੰਦਾ, you will get an image on the screen. Okay, ਤੁਸੀਂ ਸਕਰੀਨ ਦੇ ਉੱਪਰ ਜੋ ਇਮੇਜ ਆ ਰਹੀ ਹੈ ਉਹਦੇ ਉੱਪਰ 40 ਸੈਕਿੰਡ ਕੁਛ ਨਾ ਕੁਛ ਬੋਲਣਾ ਆ। ਹੁਣ 40 ਸੈਕਿੰਡ ਬੋਲਣ ਦੇ ਲਈ you need to have some ideas, you need to have some sentences, some vocabulary, ਹਨਾ, ਜਿਹਦੇ ਨਾਲ ਅਸੀਂ ਈਜ਼ੀਲੀ ਬੋਲ ਸਕਦੇ ਹਾਂ। ਹੁਣ ਦੇਖੋ ਇਮੇजेस ਕਿਸ ਤਰ੍ਹਾਂ ਦੀਆਂ ਆ ਸਕਦੀਆਂ ਨੇ, ਬਾਰ ਚਾਰਟ, ਪਾਈ ਚਾਰਟ, ਫਲੋ ਚਾਰਟ, ਮੈਪ ਆ ਗਿਆ, ਸਾਡੇ ਕੋਲ ਕੋਈ ਟੇਬਲ ਆ ਗਿਆ, ਐਨੀਥਿੰਗ, ਕੁਛ ਵੀ ਆ ਸਕਦਾ। ਬਟ ਇਹ ਸਾਰੀਆਂ ਚੀਜ਼ਾਂ ਵਾਸਤੇ ਕੀ ਸਾਨੂੰ ਵੱਖਰੇ ਸੈਂਟੈਂਸਿਸ ਚਾਹੀਦੇ ਆ, ਕੀ ਸਾਨੂੰ ਵੱਖਰੀ ਵੋਕੈਬ ਚਾਹੀਦੀ ਆ? ਨੋਟ ਟੂ ਵਰੀ, ਕੁਛ ਨਹੀਂ ਵੱਖਰਾ ਚਾਹੀਦਾ। ਆਈਲ ਗਿਵ ਯੂ 4 ਸੈਂਟੈਂਸਿਸ, ਤੁਸੀਂ ਉਹਨੂੰ ਘੋਟ ਕੇ ਪੀ ਜਾਓ। ਉਹ 4 ਸੈਂਟੈਂਸ ਤੁਸੀਂ ਹਰ ਇਮੇਜ ਦੇ ਵਿੱਚ ਲਾਉਣੇ ਆ। ਸੈਂਟੈਂਸ ਪਹਿਲਾ ਕੀ ਕਹਿੰਦਾ, ਸੁਣੋ। ਦ ਗਿਵਨ ਇਮੇਜ ਡਿਸਕ੍ਰਾਈਬਸ ਅਬਾਊਟ, ਦੈਨ ਅੱਗੇ ਤੁਸੀਂ ਲਗਾ ਦੇਣਾ ਟੌਪਿਕ। ਲੈਟਸ ਸੀ, ਹੁਣ ਦੇਖੋ ਮੈਂ ਕੈਬਿਨ 'ਚ ਬੈਠਾ ਹਾਂ, ਮੈਂ ਕਿਸ ਤਰ੍ਹਾਂ ਬੋਲੂੰਗਾ? ਫਸਟ ਸੈਂਟੈਂਸ ਨੂੰ ਯੂਜ਼ ਕਰਕੇ The given image describes about a cabin. ਤੁਸੀਂ ਬਾਰ ਚਾਰਟ ਦਾ ਜੋ ਟੌਪਿਕ ਲਿਖਿਆ ਹੈ, ਪਾਈ ਚਾਰਟ ਦਾ ਜੋ ਟੌਪਿਕ ਲਿਖਿਆ, ਜੋ ਹੈਡਿੰਗ ਦਿੱਤੀ ਉਹ ਤੁਸੀਂ ਟੌਪਿਕ 'ਚ ਫਿਲ ਕਰ ਦਿਓ ਤੇ ਬੋਲ ਦਿਓ। ਸੈਕਿੰਡ ਸੈਂਟੈਂਸ, ਸੌਰੀ, it gives information in different categories like, ਬੱਚੇ ਕੈਟਾਗਰੀਜ਼ ਕੀ ਹੁੰਦੀਆਂ ਨੇ? ਦੇਖੋ ਹੁਣ ਤੁਸੀਂ ਦੇਖ ਪਾ ਰਹੇ ਹੋ ਸਕਰੀਨ ਦੇ ਉੱਪਰ, I have pencil, pen drive, gadget, pot, glass, chair, teacher, student, light, blind। ਸੋ ਇਹ ਸਾਰੀਆਂ ਚੀਜ਼ਾਂ ਆਉਂਦੀਆਂ ਨੇ ਕੈਟਾਗਰੀਜ਼ ਦੇ ਵਿੱਚ। ਸੋ ਅਸੀਂ ਕਿਸ ਤਰ੍ਹਾਂ ਬੋਲਾਂਗੇ ਸੈਕਿੰਡ ਸੈਂਟੈਂਸ ਨੂੰ? ਇਟ ਗਿਵਸ ਇਨਫੋਰਮੇਸ਼ਨ ਇਨ ਡਿਫਰੈਂਟ ਕੈਟਾਗਰੀਜ਼ ਲਾਈਕ ਪੈਨਸਿਲ, ਪੈਨ ਡਰਾਈਵ, ਗੈਜਟ, ਸਟੂਡੈਂਟ, ਚੇਅਰ, ਬਲਾਈਂਡਸ, ਲਾਈਟ, ਪੌਟ, ਪ੍ਰਿੰਟਰ, ਕੀ, ਜੋ ਕੁਝ ਵੀ ਇਮੇਜ ਦਿਸ ਰਿਹਾ that will come into categories। ਸੋ ਟੌਪਿਕ ਪਹਿਲਾ ਸੈਂਟੈਂਸ, ਦੂਸਰਾ ਸੈਂਟੈਂਸ ਹੋ ਗਿਆ ਸਾਡੇ ਕੋਲ ਕੈਟਾਗਰੀਜ਼ ਦਾ। ਥਰਡ ਸੈਂਟੈਂਸ, ਇਟ ਇਜ਼ ਕਲੀਅਰ ਫਰਮ ਦੀ ਟੈਂਸ। ਹਾਲੇ ਤੱਕ ਮੈਂ ਤੁਹਾਨੂੰ ਦੱਸਿਆ ਸੀ ਟੌਪਿਕ ਦੇ ਬਾਰੇ, ਦੈਨ ਮੈਂ ਦੱਸਿਆ ਸੀ ਕੈਟਾਗਰੀਜ਼ ਦੇ ਬਾਰੇ, ਦੈਨ ਥਰਡ ਸੈਂਟੈਂਸ ਦੇ ਵਿੱਚ ਤੁਸੀਂ ਕੀ ਕਰਨਾ ਹੈ, ਯੂ ਲੁੱਕ ਆਊਟ ਫॉर ਦ ਹਾਈਐਸਟ ਫਿਗਰ ਐਂਡ ਦ ਲੋਐਸਟ ਫਿਗਰ ਫਰੋਮ ਦ ਇਮੇਜ। ਲਾਈਕ ਜਿੱਦਾਂ ਤੁਸੀਂ ਦੇਖ ਸਕਦੇ ਹੋ ਇਸ ਇਮੇਜ ਵਿੱਚ ਹਾਈਐਸਟ ਐਂਡ ਲੋਐਸਟ ਵੈਲਿਊ ਗਿਵਨ ਆ, ਇਸ ਵਿੱਚ ਹਾਈਐਸਟ ਐਂਡ ਲੋਐਸਟ ਵੈਲਿਊ ਗਿਵਨ ਆ, ਇਸ ਇਮੇਜ ਵਿੱਚ ਸਾਨੂੰ ਹਾਈਐਸਟ ਐਂਡ ਲੋਐਸਟ ਵੈਲਿਊ ਸਾਨੂੰ ਨਹੀਂ ਦਿੱਤੀ। ਸੋ ਲੁੱਕ ਫॉर ਦ ਹਾਈਐਸਟ ਐਂਡ ਲੋਐਸਟ ਵੈਲਿਊ ਇਨ ਦ ਥਰਡ ਸੈਂਟੈਂਸ। In case ਜੇ ਹਾਈ ਲੋ ਵੈਲਿਊ ਨਹੀਂ ਗਿਵਨ, then what you can do is ਤੁਸੀਂ easily ਇਹ ਵਾਲਾ sentence use ਕਰ ਸਕਦੇ ਜੇ। It is clear from the image that all the categories plays a crucial role in case of this third sentence. In place of this third sentence, okay? Last sentence ਤੁਸੀਂ ਕੀ ਕਰ ਸਕਦੇ ਹੋ, ਤੁਸੀਂ conclude ਕਰ ਸਕਦੇ ਹੋ ਇਹਨੂੰ last sentence ਦੇ ਵਿੱਚ। ਇੱਥੇ ਦਿੱਤਾ ਹੋਇਆ ਹੈ, after analyzing this image, it can be concluded that the given image provides crucial information strongly supported by important facts and figures. So ਦੇਖੋ ਇਹ ਕੀ ਕੀਤਾ ਅਸੀਂ ਇਹਨੂੰ conclude ਕਰਤਾ ਹੈ last part ਦੇ ਵਿੱਚ। Now let's try these 4 sentences in the first image. ਇਹਦੇ ਵਿੱਚ try ਕਰਦੇ ਹਾਂ। So let's see, ਇਹਦੇ ਵਿੱਚ ਦੇਖੋ ਮੈਨੂੰ topic ਇਹ given ਹੈਗਾ ਹੈ, okay? ਮੈਨੂੰ categories ਨੀਚੇ given ਨੇ, ਇਹ ਵਾਲੀ categories ਹੋ ਗਈ ਮੇਰੇ ਕੋਲ, ਐਂਡ ਹਾਈ ਵੈਲਿਊ ਐਂਡ ਲੋ ਵੈਲਿਊ ਮੈਨੂੰ, ਜਾਂ ਹਾਈ ਵੈਲਿਊ ਲੋ ਵੈਲਿਊ ਮੈਨੂੰ ਮਿਲ ਰਹੀ ਇਹਦੇ ਵਿੱਚ। ਐਂਡ ਨੂੰ ਮੈਂ ਹੁਣ ਬੋਲ ਕੇ ਦਿਖਾਉਣਾ ਤੁਹਾਨੂੰ, ਤੁਸੀਂ ਇਹਨੂੰ ਕਿਸ ਤਰ੍ਹਾਂ ਟਰਾਈ ਕਰ ਸਕਦੇ ਹੋ। ਦੇਖੋ, ਸੋ ਲੈਟਸ ਟਰਾਈ ਦਿਸ ਵਨ। The given image describes about the number of users for messaging apps and social networking apps. It also gives information in different categories like big for messaging apps, big for social networking apps in 2011, 2013, 2015 and 2017, and monthly active users from 0 to 4,000. It is clear from the image that in 2011 the highest figure is big for social networking apps, that is 1,000. On the other hand, in 2017 the highest figure is big for messaging apps, that is approximately 3,600. After analyzing this image, it can be concluded that the given image provides crucial information strongly supported by important facts and figures. So मैं ये image ਨੂੰ बहुत ही easy तरीके ਦੇ ਨਾਲ ਕਰ ਲਿਆ by using this sentence, ਜੋ ਵੀ structure ਤੁਹਾਨੂੰ given ਸੀ। ਹੁਣ let's suppose कि मैं image ਨੂੰ 40 ਸੈਕਿੰਡ ਬੋਲਣਾ ਸੀ, ਓਕੇ? ਮੈਂ ਸਪੋਜ਼ ਕਰਦਾ ਮੈਂ 30 ਸੈਕਿੰਡ ਬੋਲਿਆ। ਵਾਟ ਅਬਾਊਟ ਰਿਮੇਨਿੰਗ ਟਾਈਮ? ਦੇਖੋ ਜੇ ਤੁਹਾਡੇ ਕੋਲ ਟਾਈਮ ਬਚਦਾ ਹੈ 10 ਸੈਕਿੰਡ, 12 ਸੈਕਿੰਡਸ, 9 ਸੈਕਿੰਡਸ, ਤੁਸੀਂ ਸਟਰਕਚਰ ਨੂੰ ਇੱਕ ਵਾਰ ਬੋਲਣ ਤੋਂ ਬਾਅਦ ਦੁਬਾਰਾ ਸਟਾਰਟਿੰਗ ਤੋਂ ਬੋਲਣਾ ਸ਼ੁਰੂ ਕਰ ਸਕਦੇ ਹੋ। ਯੈਸ, ਮੈਂ ਠੀਕ ਕਹਿ ਰਿਹਾ।
ਤੁਸੀਂ ਇਹਨੂੰ ਦੁਬਾਰਾ ਸਟਾਰਟਿੰਗ ਤੋਂ ਬੋਲਣਾ ਸ਼ੁਰੂ ਕਰ ਸਕਦੇ ਹੋ। ਦ ਗਿਵਨ ਇਮੇਜ ਡਿਸਕ੍ਰਾਈਬਸ ਅਬਾਊਟ ਦ ਨੰਬਰ ਆਫ ਯੂਜ਼ਰਸ ਫॉर ਮੈਸੇਜਿੰਗ ਐਪਸ। ਇਹ ਵਾਲਾ ਸੈਂਟੈਂਸ ਤੋਂ ਦੁਬਾਰਾ ਬੋਲਣਾ ਸ਼ੁਰੂ ਕਰ ਸਕਦੇ ਹੋ। ਰੀਜ਼ਨ ਬੀਇੰਗ ਬਿਕਾਜ਼ ਸਾਨੂੰ ਕਿਹਾ ਜਾਂਦਾ ਟੂ ਸਪੀਕ ਦ ਇਮੇਜ ਫॉर 40 ਸੈਕਿੰਡਸ ਐਂਡ ਜਦੋਂ ਤੁਸੀਂ 40 ਸੈਕਿੰਡ ਬੋਲਣਾ ਆ ਤਾਂ ਕੋਸ਼ਿਸ਼ ਕਰੋ ਇੱਕ ਵਾਰ ਜੇ ਖਤਮ ਹੋ ਗਈ ਇਮੇਜ ਦੁਬਾਰਾ ਬੋਲ ਸਕਦੇ ਹੋ ਉਹਨੂੰ, ਉਹ ਤੁਹਾਡੇ ਫੇਵਰ 'ਚ ਹੀ ਜਾਏਗਾ, ਤੁਹਾਡੇ ਅਗੇਂਸਟ ਨਹੀਂ ਜਾਏਗਾ। ਓਕੇ, ਸੋ ਲੈਟਸ ਟਰਾਈ ਦਿਸ ਫॉर ਅਨਦਰ ਇਮੇਜ। ਲੈਟਸ ਸਪੋਜ਼ ਹੁਣ ਆ ਇਮੇਜ ਦੀ ਅਸੀਂ ਗੱਲ ਕਰਦੇ ਹਾਂ। ਇਹਦੇ ਵਿੱਚ ਸਾਨੂੰ ਕੀ ਗਿਵਨ ਹੈਗਾ ਆ, ਇਹਦੇ ਵਿੱਚ ਸਾਨੂੰ ਟੌਪਿਕ ਗਿਵਨ ਹੈਗਾ ਸਾਨੂੰ। ਓਕੇ, ਸੋ ਦਿਸ ਇਜ਼ ਆਵਰ ਟੌਪਿਕ। ਇਹ ਸਾਡੇ ਕੋਲ ਟੌਪਿਕ ਗਿਵਨ ਆ, ਇਹ ਸਾਡੇ ਕੋਲ ਕੈਟਾਗਰੀਜ਼ ਨੇ ਸਾਰੀਆਂ। ਸੋ ਇਸ ਨੂੰ ਕਿੱਦਾਂ ਕਰ ਸਕਦੇ ਹਾਂ, ਲੈਟਸ ਟਰਾਈ ਦਿਸ। ਅਸੀਂ ਨੂੰ ਕਿੱਦਾਂ ਬੋਲਾਂਗੇ, the given image describes about global spending on luxury items. It also gives information in different categories like 1996, 2000, 2005, 2010 and 2018 and billion of euros from 0 to 250. It is clear from the image that the highest figure is in 2018, that is approximately 250 billion euros, and lowest figure is in 1996, that is approximately 90 billion euros. It is clear from the image that all the categories plays a crucial role. After analyzing this image, it can be concluded that the given image provides crucial information strongly supported by important facts and figures. So it's quite easy. ठीक है? Now let's try this on another image ਜਿਹਦੇ ਵਿੱਚ ਸਾਨੂੰ ਹਾਈ ਲੋ ਵੈਲਿਊ ਨਹੀਂ ਗਿਵਨ ਹੈਗੀ। ਜਿਸ ਤਰ੍ਹਾਂ ਹੁਣ ਦੇਖੋ ਆਹ ਇਮੇਜ ਹੈ ਮੇਰੇ ਕੋਲ, ਰਾਈਟ। ਇਹਦੇ ਵਿੱਚ ਮੈਂ ਜ਼ੂਮ ਕਰ ਰਿਹਾ ਟਰੀ ਆ, ਵੈਸੇ ਮੈਨੂੰ ਤਾਂ ਟਰੀ ਲੱਗ ਰਿਹਾ, ਜ਼ੂਮ ਕਰਨ ਦੀ ਲੋੜ ਨਹੀਂ। ਸੋ ਟਰੀ ਵਿਲ ਬੀ ਮਾਈ ਟੌਪਿਕ ਐਂਡ ਆ ਸਾਰੀਆਂ ਚੀਜ਼ਾਂ ਕੀ ਹੋ ਜਾਣਗੀਆਂ ਮੇਰੀਆਂ ਕੈਟਾਗਰੀਜ਼। ਸੋ ਵਾਟ ਆਈ ਕੈਨ ਡੂ ਇਜ਼ I can start speaking by using this 4-sentence structure. Okay, so let's try. The given image describes about a tree. It also gives information in different categories like leaves, twig, branch, trunk, roots and crown. It is clear from the image that all the categories plays a crucial role. After analyzing this image, it can be concluded that the given image provides crucial information strongly supported by important facts and figures. So this is the way of using this 4-sentence structure in every image you come across in PTE describe image part. ਹੁਣ ਇਹਦੇ ਵਿੱਚ ਇੱਕ ਗੱਲ ਮੈਂ ਤੁਹਾਨੂੰ ਦੱਸਣੀ ਚਾਹੂੰਗਾ, ਜਦੋਂ ਵੀ ਇਮੇਜ ਬੋਲ ਰਹੇ ਹੋ ਪਹਿਲੀ ਗੱਲ ਕੀਪ ਇਨ ਮਾਈਂਡ, ਜੇ ਤੁਹਾਡੇ ਕੋਲ ਟਾਈਮ ਬਚਦਾ ਆ 10 ਸੈਕਿੰਡ ਬਚਦੇ ਆ ਤਾਂ ਯੂ ਕੈਨ ਰਿਪੀਟ ਦਾ ਸਟਰਕਚਰ, ਰਿਪੀਟ ਕਰ ਦਿਓ ਸਟਰਕਚਰ ਨੂੰ, ਕੋਈ ਬੜੀ ਗੱਲ ਨਹੀਂ ਹੈਗੀ। ਦੂਸਰੀ ਚੀਜ਼, ਜਦੋਂ ਮੈਂ ਇਮੇਜ ਪੜ੍ਹ ਰਿਹਾ ਸੀ ਆਈਵ ਟਰਾਈਡ ਦੈਟ ਆਈ ਸ਼ੁੱਡ ਅਵੋਇਡ ਮਾਈ ਫਸਟ ਲੈਂਗੁਏਜ ਟੱਚ। ਮੈਂ L1 ਜਿਸ ਤਰ੍ਹਾਂ ਮੇਰੀ ਫਸਟ ਲੈਂਗੁਏਜ ਪੰਜਾਬੀ ਆ, ਮੈਂ ਇਹਦਾ ਟੱਚ ਵਿੱਚ ਨਾ ਲੈ ਕੇ ਆਵਾਂ ਆਪਣੀ ਇੰਗਲਿਸ਼ ਦੇ ਵਿੱਚ, ਮੈਂ ਨਿਊਟਰਲ ਐਕਸੈਂਟ ਬੋਲਾਂ। ਐਂਡ ਦੂਸਰੀ ਗੱਲ, ਮੈਂ ਫਲੂਐਂਸੀ ਦੇ ਨਾਲ ਬੋਲਣ ਦੀ ਟਰਾਈ ਕੀਤੀ ਆ। ਫਲੂਐਂਸੀ ਤੁਹਾਨੂੰ ਮੈਂ ਦੱਸਿਆ ਸੀ ਪ੍ਰੀਵੀਅਸ ਵੀਡੀਓ ਦੇ ਵਿੱਚ, ਜਿਸ ਤਰ੍ਹਾਂ ਮੈਂ ਚੰਕਸ ਦੇ ਵਿੱਚ ਪੜ੍ਹਦਾ ਸੀ, 3-4 ਵਰਡ ਪੜ੍ਹੇ ਪੌਜ਼ ਲਿਆ, ਦੈਨ ਅਗੇਨ 3-4 ਵਰਡ ਪੜ੍ਹੇ ਪੌਜ਼ ਲਿਆ। ਫਲੂਐਂਸੀ ਤੋਂ ਬਾਅਦ ਮੈਂ ਫੋਕਸ ਕੀਤਾ ਹੈ ਪ੍ਰੋਨਾਂਸੀਏਸ਼ਨ ਤੇ ਕਿ ਮੇਰੇ ਵਰਡਸ ਕਲੀਅਰ ਹੋਣ। ਜੇ ਮੇਰੇ ਵਰਡਸ ਕਲੀਅਰ ਹੋਣਗੇ ਤਾਂ ਹੀ ਸਿਸਟਮ ਮੈਨੂੰ ਮਾਰਕਸ ਦੇਗਾ। ਐਂਡ ਲਾਸਟ ਬਟ ਨੋਟ ਦਾ ਲੀਸਟ, ਮੈਂ ਸਟ੍ਰੈਸ ਪਾਇਆ ਕਈ ਵਰਡਸ ਦੇ ਉੱਪਰ। ਸੋ ਤੁਸੀਂ ਸਟਰਕਚਰ ਨੂੰ ਰਿਪੀਟ ਕਰ ਸਕਦੇ ਹੋ ਜੇ ਟਾਈਮ ਬਚਦਾ ਆ। ਪੰਜਾਬੀ ਦਾ ਟੱਚ ਅਵੋਇਡ ਕਰੋ, ਨੈਚੁਰਲ ਪੇਸ ਤੇ ਬੋਲੋ, ਕਲੀਅਰ ਬੋਲੋ ਐਂਡ ਵਰਡ ਤੇ ਸਟ੍ਰੈਸ ਪਾਓ ਐਂਡ ਯੂਜ਼ ਦਿਸ 4-sentence structure in every image and you will definitely get higher band score in describe image. Thank you very much.